ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਨੈਸ਼ਨਲ ਹੌਲੀਡੇ ਦੇ ਸਪੈਸ਼ਲ ਐਪੀਸੋਡ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਯੂਨਾਈਟਿਡ ਸਟੇਟਸ ਦੇ ਵਿੱਚ ਅਫੀਸ਼ੀਅਲ ਤੌਰ ਤੇ ਕੋਲੰਬਸ ਡੇ ਮਨਾਇਆ ਜਾ ਰਿਹਾ ਹੈ। ਬਟ ਇਹ ਜੋ ਹੌਲੀਡੇ ਹੈਗੀ ਇਹਦੇ ਇਤਿਹਾਸ ਦੀ ਮੈਂ ਅੱਜ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਕਿਉਂ ਇਸ ਮੁਲਕ ਦੇ ਵਿੱਚ कोलंबस डे मनाया जाता है। बिफोर आई टेल यू अबाउट कुछ जो इहदे नाल कंट्रोवर्सी शुरू हो रही है, लैट्स टॉक अ लिटल बिट अबाउट क्रिस्टोफर कोलंबस। इस इंडिविजुअल नू क्रेडिट दिता जाता है एज डिस्कवरिंग द अमेरिकाज, जिहदे करके असी अज ऑल इत्थे बैठे हाँ अमेरिका दे विच। इस बंदे नू क्रेडिट दिता जाता है। क्रिस्टोफर कोलंबस 500 वध सालां पहले, इनफैक्ट इस साल असी 529th एनिवर्सरी मना रहे हैं कोलंबस दी डिस्कवरी दी। एक एक्सप्लोरर सीगा जिन्ने स्पेन दे राजा राजियां तो एक कॉन्ट्रैक्ट लिता, तुसी कह लो कि मैं जाके इंडिया नू डिस्कवर करांगा, इंडिया तो मैं तुहाडे लई मसाले लैके आवांगा ट्रेड लई। क्रिस्टोफर कोलंबस नू स्पेन दे राजा ने एंड रानी ने शिप्स दिते ते पैसे दिते ते बंदे दिते। मैनू पता है, मैनू याद है जो मैं छोटी हुंदी सी इत्थे, मतलब इत्थे दा स्कूलों दे विच चीज़ तुहानू बहुत छोटी उम्र च बता दिंदे क्रिस्टोफर कोलंबस बारे एंड ऑल ऑफ दैट। यू नो ਉਹਦੇ जो 3 शिप्स ਸੀਗੇ ਉਹਨਾਂ ਦੇ ਨਾਮ ਬਹੁਤ ਯੂ ਨੋ ਇਟ ਵਾਸ ਲਾਈਕ ਬੱਚੇ ਉਹਦੇ ਬਹੁਤ ਖੇਡ ਕਰਦੇ ਸੀ, ਉਹਦੇ ਨਾਲ ਮਜ਼ਾਕ ਕਰਦੇ ਸੀ, ਬਿਕਾਜ਼ ਦ 3 ships were called the Nina, the Pinta and the Santa Maria। ਬਟ ਇਨ 3 ships ਤੇ ਜੋ 10 ਹਫ਼ਤਿਆਂ ਦਾ ਸਫ਼ਰ ਸੀਗਾ ਕ੍ਰਿਸਟੋਫਰ ਕੋਲੰਬਸ ਦਾ, ਜੋ ਕਿ ਖੁਦ ਇੱਕ ਇਟਾਲੀਅਨ ਸੀ, ਉਹਦੇ ਵਿੱਚ ਕਾਫੀ ਉਹਨੂੰ ਦਿੱਕਤਾਂ ਆਈਆਂ। ਸਭ ਤੋਂ ਵੱਡੀ ਦਿੱਕਤ ਅਸੀਂ ਕਹਿ ਸਕਦੇ ਹਾਂ ਕਿ ਕ੍ਰਿਸਟੋਫਰ ਕੋਲੰਬਸ ਤੇ ਉਹਦੇ ਜੋ ਸਾਥੀ ਸੀ, ਉਹਨਾਂ ਦੇ ਜੋ 3 ਸ਼ਿਪ ਸੀ, ਇਹਨਾਂ ਨੂੰ ਲੱਗਿਆ ਇਹ ਸਪੇਨ ਤੋਂ ਤੁਰ ਕੇ ਸਫ਼ਰ ਕਰ ਰਹੇ ਸੀ ਇੰਡੀਆ ਤੱਕ। ਬਟ ਐਕਚੁਅਲੀ ਜਿੱਥੇ ਇਹਨਾਂ ਨੇ ਯੂ ਨੋ ਤੁਸੀਂ ਕਹਿ ਲਓ ਜਿੱਥੇ ਇਹਨਾਂ ਨੇ ਲੈਫਟ ਮਾਰਨਾ ਸੀ ਉੱਥੇ ਗਲਤੀ ਨਾਲ ਰਾਈਟ ਮਾਰ ਲਿਆ, ਐਂਡ ਇੰਡੀਆ ਦੀ ਜਗ੍ਹਾ ਇਹ ਪਹੁੰਚ ਗਏ ਅਮਰੀਕਾਜ਼ ਦੇ ਵਿੱਚ। ਅਮਰੀਕਾਜ਼ ਦੇ ਵਿੱਚ ਆਫਕੋਰਸ ਪਹਿਲੇ ਕੋਲੰਬਸ ਦਾ ਟੱਚਡਾਊਨ ਤੁਸੀਂ ਕਹਿ ਲਓ ਹੋਇਆ ਸਾਊਥ ਅਮਰੀਕਾ ਦੇ ਕਿਸੇ ਆਈਲੈਂਡਸ ਦੇ ਵਿੱਚ। ਤਾਂ ਉਹਨੂੰ ਲੱਗਿਆ ਕਿ ਇਹ ਤਾਂ ਮੈਨੂੰ ਸਹੀ ਨਹੀਂ ਲੱਗਦਾ, ਕਿ ਜੋ ਮੈਂ ਇੰਡੀਆ ਬਾਰੇ ਸੁਣਿਆ ਸੀ ਉਹ ਤਾਂ ਇੱਥੇ ਨਹੀਂ ਮਾਹੌਲ ਲੱਗਦਾ, ਥੋੜ੍ਹਾ ਉੱਤੇ ਚੱਲਦੇ ਆ। ਸੋ ਇਹਨਾਂ ਨੇ ਫਿਰ ਸਫ਼ਰ ਜਾਰੀ ਕੀਤਾ ਤੇ ਇਹ ਪਹੁੰਚੇ ਮੇਨਲੈਂਡ ਅਮਰੀਕਾ ਦੇ ਵਿੱਚ। ਐਂਡ ਇਸ ਕਰਕੇ ਅਮਰੀਕਾ ਦੇ ਵਿੱਚ ਹਲੇ ਵੀ ਕਈ ਏਰੀਆਜ਼ ਦੇ ਵਿੱਚ ਜੋ ਇੱਥੇ ਦੇ ਰਹਿਣ ਵਾਲੇ ਪੁਰਾਣੇ ਤੋਂ ਹੈਗੇ, ਜੋ ਨੇਟਿਵ ਅਮਰੀਕਨ ਜਿਹਨਾਂ ਨੂੰ ਅਸੀਂ ਕਹਿੰਦੇ, ਉਹਨਾਂ ਨੂੰ ਕ੍ਰਿਸਟੋਫਰ ਕੋਲੰਬਸ ਕਰਕੇ ਕਾਫੀ ਚਿਰ ਲਈ ਰੈੱਡ ਇੰਡੀਅਨਸ ਕਿਹਾ ਜਾਂਦਾ ਸੀ। ਇੰਡੀਅਨ ਇਸ ਕਰਕੇ ਬਿਕੋਜ਼ ਉਸ ਟਾਈਮ ਕੋਲੰਬਸ ਨੂੰ ਲੱਗਿਆ ਮੈਂ ਪਹੁੰਚ ਗਿਆ ਇੰਡੀਆ। ਪਹੁੰਚਿਆ ਉਹ ਇੱਥੇ ਸੀਗਾ, ਬਟ ਉਹਨੂੰ ਲੱਗਿਆ ਕਿ ਉਹ ਇੰਡੀਆ ਪਹੁੰਚ ਗਿਆ, ਤੇ ਜੋ ਉਹਨੇ ਬੰਦੇ ਦੇਖੇ ਉਹਨੂੰ ਲੱਗੇ ਇਹ ਰੈੱਡ ਇੰਡੀਅਨਸ ਹੈਗੇ। They were not red Indians, they were Native Americans, जो इत्थे दे रहन वाले लोग, इत्थे दे इंडिजिनस लोग, पहले तो जिन्हां ने इत्थे अपनी पूरी सोसाइटी बसाई हुई सी, अपने पूरी रहन सहन दा उन्हां दा इत्थे कल्चर सीगा, कम्यूनिटीज़ सीगियां, आबादी सी, ਉਹਨਾਂ ਨੂੰ ਇਨਕਾਊਂਟਰ ਕੀਤਾ ਕ੍ਰਿਸਟੋਫਰ ਕੋਲੰਬਸ ਨੇ। ਐਂਡ ਦਿਸ ਇਜ਼ ਵੇਅਰ ਦ ਕੰਟਰੋਵਰਸੀ ਸਟਾਰਟਸ। ਇੱਥੇ ਕੰਟਰੋਵਰਸੀ ਇਸ ਕਰਕੇ ਪੈਦਾ ਹੁੰਦੀ ਹੈ ਬਿਕੋਜ਼ ਇਹ ਜੋ ਇੰਡੀਜਨਸ ਲੋਕੀ ਹਨ, ਇਹਨਾਂ ਦੀ ਵੇ ਆਫ ਲਾਈਫ ਕ੍ਰਿਸਟੋਫਰ ਕੋਲੰਬਸ ਦੀ ਡਿਸਕਵਰੀ ਤੋਂ ਬਾਅਦ ਨਾ ਕਿ ਸਿਰਫ ਚੇਂਜ ਹੋਈ, ਬਟ ਇੱਕ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਖਤਮ ਹੀ ਹੋ ਗਈ। ਇਹ ਇੰਡੀਜਨਸ ਲੋਕੀ, ਨੇਟਿਵ ਅਮਰੀਕਨਸ, ਕ੍ਰਿਸਟੋਫਰ ਕੋਲੰਬਸ ਨੂੰ ਇੱਕ ਐਕਸਪਲੋਰਰ ਦੇ ਤੌਰ 'ਤੇ ਨਹੀਂ ਮੰਨਦੇ, ਉਹਨੂੰ ਇੱਕ ਕੋਲੋਨਾਈਜ਼ਰ ਦੇ ਤੌਰ 'ਤੇ ਮੰਨਦੇ। ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਨੂੰ ਕੋਲੋਨਾਈਜ਼ਰਸ ਮੰਨਦੇ ਸੀ ਕਿ ਉਹਨਾਂ ਨੇ ਆ ਕੇ ਸਾਨੂੰ ਗੁਲਾਮ ਬਣਾ ਕੇ ਸਾਡੇ ਮੁਲਕ ਦਾ ਫਾਇਦਾ ਉਠਾਇਆ, ਕ੍ਰਿਸਟੋਫਰ ਕੋਲੰਬਸ ਨੂੰ ਇਹੋ ਹੀ ਤਰੀਕੇ ਦੇ ਨਾਲ ਵਿਊ ਕੀਤਾ ਜਾਂਦਾ ਹੈ by the indigenous people। and so ਪਿਛਲੇ ਕੁਝ ਸਾਲਾਂ ਤੋਂ ਇੱਕ ਸੈਂਟੀਮੈਂਟ ਪੈਦਾ ਹੋ ਰਿਹਾ ਹੈ ਕਿ ਕ੍ਰਿਸਟੋਫਰ ਕੋਲੰਬਸ ਨੂੰ ਅਸੀਂ ਕਿਉਂ ਮਨਾਉਂਦੇ ਹਾਂ ਇਸ ਮੁਲਕ ਦੇ ਵਿੱਚ। ਉਸ ਬੰਦੇ ਨੇ ਆ ਕੇ ਇੱਥੇ ਇੱਕ ਕਿਸਮ ਦੀ ਜੈਨੋਸਾਈਡ ਕੀਤੀ, ਇੱਕ ਸੁਸਾਇਟੀ ਨੂੰ ਖਤਮ ਕਰਕੇ ਦੂਜੀ ਸੁਸਾਇਟੀ ਨੂੰ ਇੱਥੇ ਲੈ ਕੇ ਆਇਆ ਕਿ ਉਹਨੂੰ ਮਨਾਉਣ ਜੋਗੀ ਉਹ ਕੋਈ ਚੀਜ਼ ਨਹੀਂ ਹੈਗੀ। ਇਨਫੈਕਟ ਸਾਨੂੰ ਉਹਨਾਂ ਨੂੰ ਮਨਾਉਣਾ ਚਾਹੀਦਾ, ਉਨ ਇੰਡੀਜਨਸ ਲੋਕਾਂ ਨੂੰ
ਜਿਨ੍ਹਾਂ ਨੇ ਸਭ ਕੁਝ ਖੋ ਕੇ ਵੀ ਕਮ ਸੇ ਕਮ ਇੱਥੇ ਆਪ ਦੀ ਆਈਡੈਂਟੀਟੀ ਤਾਂ ਬਣਾ ਕੇ ਰੱਖੀ। ਕੁਝ ਸਟੇਟਾਂ ਦੇ ਵਿੱਚ ਖਾਸ ਕਰਕੇ ਕਿ ਤੁਸੀਂ ਵੈਸਟ ਸਾਈਡ ਤੇ ਜਾਂਦੇ ਹੋ ਕੰਟਰੀ ਦੇ, ਨਵਾਡਾ, ਕੋਲੋਰਾਡੋ, ਸਾਊਥ ਡਕੋਟਾ, ਨਾਰਥ ਡਕੋਟਾ, ਇਨ ਏਰੀਆਜ਼ ਦੇ ਵਿੱਚ ਕੁਝ ਬਹੁਤ ਹੀ ਛੋਟੀ ਗਿਣਤੀ ਦੇ ਵਿੱਚ ਰਹਿ ਗਏ ਇਹ ਇੰਡੀਜਨਸ ਲੋਕੀ, नेटिव अमेरिकन्स। बट इन ही स्टेट्स तो एक मूवमेंट शुरू हुई कि नहीं, जो ये अक्टूबर का दिन असी कोलंबस दे नां रख के मनाते हैं, इनू इंडिजिनस पीपल डे मानना चाहिए है। उन्हां दी याद दे विच, उन्हां दे मान ते सन्मान दे विच जिन्हां ने सब कुछ गवाता क्रिस्टोफर कोलंबस करके। सो इस स्टोरी नूं लैके देयर इज़, जिद्दां कहंदे ना हर एक स्टोरी दी बैक एंड फोर्थ जरूर हुंदी है, बट इस स्टोरी दा होर थोड़ा जिहा इतिहास मैं तुहाडे नाल शेयर करना चाहती हूँ। इस दिन का इतिहास तुहाडे नाल शेयर करना चाहती हूँ, ना कि सिर्फ जो पुराने समय च होया जिहदे करके अज असी हले भी कोलंबस डे मना रहे हैं अमेरिका दे विच, बट आने वाले समय दे विच इहदे विच किस तरह के चेंजेस आ सकते हैं इस हॉलीडे, इस तुसी कह लो कमैमोरेशन दे विच किहो जे चेंजेस दी उम्मीद आ सानू। उन सारी चीज़ों की गल करांगे। साडे नाल जुड़े हैं अ वेरी स्पैशल गैस्ट, जो कि जिथे इस मुल्क के इतिहास की गल आंदी है तो किस तरह वो पैरेलल्स हैगे इत्थे दे इतिहास दे विच ते इत्थे जो रहन वाले सीगे, भावें वो नेटिव अमेरिकन्स होन या होर अप्रैस्ड ग्रुप्स होन, एंड साडे अपने इतिहास दे विच एज इंडियंस, एज पंजाबीज़, कि साडे नाल जो कुछ होया उन चीज़ों दे विच किस तरह के कंपैरिजन्स, किस तरह की सिमिलैरिटीज़ एग्जिस्ट करदियां, इन सारी चीज़ों की गल करांगे। तो एक छोटी जी ब्रेक रुकते हैं, गैस्ट सानू ज्वाइन करें, तुसीं भी इस तरह जुड़े रहो। मिलते हैं ब्रेक तो उस पार। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਤੇ ਅੱਜ ਜਿੱਥੇ ਪੂਰੀ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਨੈਸ਼ਨਲ ਹੌਲੀਡੇ ਮਨਾਈ ਜਾ ਰਹੀ, ਕੋਲੰਬਸ ਡੇ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਥੋੜੀ ਜੀ ਗੱਲ ਕਰ ਰਹੇ ਹਾਂ ਕਿ ਕੋਲੰਬਸ ਡੇ ਦਾ ਇਤਿਹਾਸ ਆਖਿਰਕਾਰ ਹੈਗਾ ਕੀ, ਤੇ ਇਸ ਇਤਿਹਾਸ ਨੂੰ ਜਿੱਥੇ ਅੱਜ ਲੋਕੀ ਚੈਲੰਜ ਕਰ ਰਹੇ ਕਿ ਇਹ ਕੋਈ ਮਨਾਉਣ ਜੋਗੀ ਚੀਜ਼ ਨਹੀਂ ਆ, ਇਹਦੇ ਬਾਰੇ ਵੀ ਮੈਂ ਜਾਣਕਾਰੀ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਚਾਹੁੰਦੀ ਹਾਂ। ਤੇ ਜਿੱਥੇ ਇਤਿਹਾਸ ਦੀ ਗੱਲ ਆਉਂਦੀ ਹੈ, ਇਸ ਮੁਲਕ ਦੇ ਇਤਿਹਾਸ ਦੀ ਗੱਲ ਆਉਂਦੀ ਹੈ, ਸਾਡੇ ਨਾਲ ਇੱਕ ਵਾਰੀ ਫਿਰ ਜੁੜੇ ਹਨ ਸਾਡੇ ਫੇਵਰੇਟ ਟੀਚਰ ਤੇ ਨਿਊਲੀ ਅਪੁਆਇੰਟਡ ਪ੍ਰੈਜ਼ੀਡੈਂਟ ਆਫ ਦੀ ਅਮਰੀਕਨ ਸਿੱਖ ਕਾਉਂਸਲ, ਬੀਬੀ ਜਸਬੀਰ ਕੌਰ ਜੀ। ਸਭ ਤੋਂ ਪਹਿਲੇ ਜਸਬੀਰ ਜੀ, ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਜਸਬੀਰ ਜੀ। ਆਈ ਨੋ ਤੁਹਾਡਾ ਬਹੁਤ ਹੀ ਬਿਜ਼ੀ ਸਕੈਜੂਲ ਰਿਹਾ ਹੈ ਬਿਟਵੀਨ ਅਮਰੀਕਨ ਸਿੱਖ ਕਾਉਂਸਲ ਦੇ ਵੱਖ-ਵੱਖ ਇਵੈਂਟਸ ਜੋ ਇਸ ਵੀਕਐਂਡ ਹੋਏ ਹਨ, ਤੇ ਹੋਰ ਵਰਲਡ ਸਿੱਖ ਕਾਉਂਸਲ ਦੇ ਵਿੱਚ ਤੁਹਾਡੀ ਕਾਫੀ ਯੂ ਹੈਵ ਅ ਲੋਟ ਆਫ ਡਿਮਾਂਡਸ ਔਨ ਯੂਰ ਟਾਈਮ, ਬਟ ਇਸ ਐਪੀਸੋਡ ਦੇ ਵਿੱਚ ਜਦੋਂ ਇਸ ਮੁਲਕ ਦੇ ਇੱਕ ਇਤਿਹਾਸ ਨੂੰ ਸਮਝਣ ਦੀ ਗੱਲ ਆਉਂਦੀ ਹੈ, ਆਈ ਕੁਡ ਨਾਟ ਥਿੰਕ ਆਫ ਅ ਬੈਟਰ ਪਰਸਨ ਜੋ ਸਾਡੇ ਨਾਲ ਜੁੜ ਕੇ ਸਾਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਸਕਦੇ। सो थैंक यू अगैन जसबीर जी। कोलंबस डे नू मनाया जाता है, ऑफ कोर्स क्रिस्टोफर कोलंबस जो कि एक्सप्लोरर सीगे, उन्हां दी जो डिस्कवरी हुई इस मुल्क दी, बट इस इतिहास दे विच बहुत डार्कनेस हैगी, देयर इज़ अ डार्क साइड टू दिस। सो सब तो पहले तो मैं चाहांगी कि कोलंबस डे दा जो यू नो जो नेशनल हॉलीडे बनी है, टेल अस अबाउट दैट एंड कोलंबस's relationship with modern day America. ਹਾਂਜੀ ਅਸ਼ਮਿਤਾ ਜੀ, ਵੀ ਕੈਨ ਸਟਾਰਟ ਐਂਡ ਦੈਨ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਵੀ ਕੋਈ ਵੀ ਪਾਵਰਫੁਲ ਨੇਸ਼ਨ ਜਾਂ ਗਵਰਨਮੈਂਟ ਜਾਂ ਲੋਕ ਜਿਨ੍ਹਾਂ ਦਾ ਬੋਲਬਾਲਾ ਹੁੰਦਾ ਹੈ, ਉਹ ਫਿਰ ਦੁਨੀਆ ਤੇ ਰਾਜ ਕਰਨ ਦੀ ਉਹਨਾਂ ਦੀ ਇੱਛਾ ਜਿਹੜੀ ਹੈ ਵੱਧਦੀ ਜਾਂਦੀ ਹੈ। ਸਦੀਆਂ ਤੋਂ ਅਸੀਂ ਦੇਖਦੇ ਆਏ ਹਾਂ, ਚਾਹੇ ਉਹ ਅੰਗਰੇਜ਼ ਹੋਣ, ਮੁਗਲ ਹੋਣ ਜਾਂ ਕੋਈ ਹੋਰ ਹੋਣ, ਉਹ ਆਪਣੇ ਮੁਲਕ ਤੋਂ ਫਿਰ ਬਾਹਰ ਨਿਕਲ ਕੇ ਆਲ ਦਾ ਟਾਈਮ ਦੂਜੇ ਮੁਲਕਾਂ ਦੇ ਉੱਤੇ ਜਿਹੜਾ ਆਪਣਾ ਕਬਜ਼ਾ ਜਮਾਉਂਦੇ ਰਹਿੰਦੇ। ਜੇ ਅਸੀਂ ਅਲੈਗਜ਼ੈਂਡਰ ਤੋਂ ਲਈਏ, ਜਿਹਨੂੰ ਅਸੀਂ ਸ਼ੁਰੂਆਤ ਤੋਂ ਦੇਖਦੇ ਹਾਂ, ਗ੍ਰੀਕ ਜਿਹੜੀ ਸਿਵਲਾਈਜੇਸ਼ਨ ਸੀਗੀ ਉਹ ਹੀ ਵਾਜ਼ ਅ ਗ੍ਰੀਕ, ਤੇ ਉਹ ਬੜੀ ਦੂਰ ਦੂਰ ਤੱਕ ਗਿਆ ਸੀ। ਫਿਰ ਅਸੀਂ ਚੰਗੇਜ਼ ਖਾਨ ਨੂੰ ਦੇਖਦੇ ਹਾਂ, ਹੀ ਵਾਜ਼ ਫਰਮ ਮੰਗੋਲੀਆ, ਤੇ ਉਹਨੇ ਬਹੁਤ ਦੂਰ ਦੂਰ ਤੱਕ ਮਾਰਾਂ ਮਾਰੀਆਂ। ਉਸ ਤੋਂ ਬਾਅਦ ਫਿਰ ਬ੍ਰਿਟਿਸ਼ਰਸ ਦੀ ਵਾਰੀ ਆਈ, ਫਿਰ ਇਹਨਾਂ ਨੇ ਮਾਰਾਂ ਮਾਰੀਆਂ, ਪਰ ਉਹਨਾਂ ਨੇ ਤਾਂ ਇੱਥੋਂ ਤੱਕ ਹੱਦ ਕਰਤੀ। ਕਹਿੰਦੇ ਕਦੀ ਕੋਈ ਐਸਾ ਸਮਾਂ ਸੀ ਕਿ ਅੰਗਰੇਜ਼ ਸਰਕਾਰ ਦਾ ਸੂਰਜ ਕਦੀ ਡੁੱਬਦਾ ਹੀ ਨਹੀਂ ਸੀ, ਉਹ ਕਿਸੇ ਨਾ ਕਿਸੇ ਮੁਲਕ ਵਿੱਚ ਰੋਸ਼ਨੀ ਹੁੰਦੀ ਸੀ। ਇੰਨਾ ਦੂਰ ਤੱਕ ਉਹਨਾਂ ਨੇ ਇੰਨੇ ਛੋਟੇ ਜਿਹੇ ਇੰਗਲੈਂਡ ਚੋਂ ਨਿਕਲ ਕੇ
ਤੇ ਉਹਨਾਂ ਨੇ ਐਡੀ ਦੂਰ ਤੱਕ ਆਪਣਾ ਰਾਜ ਉਹਨੂੰ ਫੈਲਾਇਆ। ਏਦਾਂ ਸਿੱਖਾਂ ਦਾ ਰਾਜ ਵੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਤੋਂ ਕਾਬੁਲ ਕੰਧਾਰ ਦੀਆਂ ਕੰਧਾਂ ਤੱਕ ਤੇ ਨੇਪਾਲ ਦੀਆਂ ਹੱਦਾਂ ਤੱਕ ਤੇ ਦਿੱਲੀ ਦੀਆਂ ਹੱਦਾਂ ਤੱਕ ਆਪਣਾ ਰਾਜ ਫੈਲਾਇਆ। ਉਸ ਤੋਂ ਅੱਗੇ ਤੱਕ ਵੀ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਫਿਰ ਸਿੱਖ ਰਾਜ ਪਹਿਲਾਂ ਉਹਨਾਂ ਨੇ ਕਾਇਮ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਤੇ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹਦਾ ਹੋਰ ਫੈਲਾ ਕੀਤਾ, ਜਿਹੜਾ ਕਿ ਹੁਣ ਛੋਟਾ ਜਿਹਾ ਟੁਕੜਾ ਅਗਲਿਆਂ ਨੇ ਦੁਸ਼ਮਣਾਂ ਨੇ ਛੱਡਿਆ ਜਿਹੜਾ ਸਾਡੇ ਕੋਲ ਹੈ। ਸੋ ਲੈਟਸ ਗੋ ਬੈਕ ਟੂ ਦਿਸ। ਏਦਾਂ ਹੀ ਬ੍ਰਿਟਿਸ਼ ਜਦੋਂ ਫਿਰ, ਕਿਉਂਕਿ ਉਹਨਾਂ ਦਾ ਮੁਲਕ ਬੜਾ ਛੋਟਾ ਸੀ ਤੇ ਉੱਥੇ ਕੁਝ ਖਾਣ ਪੀਣ ਨੂੰ ਵੀ ਨਹੀਂ ਹੁੰਦਾ, ਮੌਸਮ ਵੀ ਇੰਗਲੈਂਡ ਦਾ ਸਾਰੇ ਜਾਣੇ ਜਾਣਦੇ ਹੈ ਕਿ ਉਹਦਾ ਮੌਸਮ ਵੀ ਚੰਗਾ ਨਹੀਂ ਹੈ, ਉੱਥੇ ਕੋਈ ਜ਼ਿਆਦਾ ਫਸਲਾਂ ਉਗਦੀਆਂ ਨਹੀਂ ਨੇ, ਤੇ ਉਹ ਲੋਕ ਸ਼ਿਕਾਰੀ ਬਿਰਤੀ ਦੇ ਬੰਦੇ। ਸ਼ਿਕਾਰੀ ਜਿਹੜਾ ਹੁੰਦਾ ਉਹ ਹਮੇਸ਼ਾ ਆਪਣੇ ਸ਼ਿਕਾਰ ਦੀ ਭਾਲ 'ਚ ਹੀ ਰਹਿੰਦਾ। ਸੋ ਦੈਨ ਟੂ ਕੱਟ ਸ਼ਾਰਟ ਦ ਸਟੋਰੀ, ਉਹਨਾਂ ਨੇ ਫਿਰ ਸਮੁੰਦਰਾਂ ਨੂੰ ਐਕਸਪਲੋਰ ਕਰਨਾ ਸ਼ੁਰੂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਇਸ ਇਤਿਹਾਸ ਦੀ ਗੱਲ ਇਸ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕੋਲੰਬਸ ਡੇ ਦੀ, ਕ੍ਰਿਸਟੋਫਰ ਕੋਲੰਬਸ ਦੀ, ਤੇ ਇਸ ਦਿਨ ਦੀ ਇਤਿਹਾਸ ਦੀ ਗੱਲ ਤੇ ਸਾਡੇ ਨਾਲ ਜੁੜੇ ਹਨ ਇਹ ਟੀਚਰ ਬਾਈ ਪ੍ਰੋਫੈਸ਼ਨ ਐਂਡ ਕਮਿਊਨਿਟੀ ਦੇ ਵਿੱਚ ਇਹਨਾਂ ਨੂੰ ਹੁਣ ਜਾਣਿਆ ਜਾਂਦਾ ਐਜ਼ ਅ ਪ੍ਰੈਜ਼ੀਡੈਂਟ ਆਫ ਦੀ ਅਮਰੀਕਨ ਸਿੱਖ ਕਾਉਂਸਲ। ਜਸਬੀਰ ਕੌਰ ਜੀ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਸਬੀਰ ਜੀ, ਤੁਸੀਂ ਸਾਨੂੰ ਦੱਸ ਰਹੇ ਸੀ ਕਿ ਜੋ ਇਹ ਐਕਸਪਲੋਰੇਸ਼ਨ ਦਾ ਟ੍ਰੈਂਡ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਜ਼ਰੂਰ ਸ਼ੁਰੂ ਕੀਤਾ, ਓਸ਼ਨ ਦੇ ਵਿੱਚ ਡਿਸਕਵਰੀ, ਐਂਡ ਉਹਦੇ ਕਰਕੇ ਹੀ ਕ੍ਰਿਸਟੋਫਰ ਕੋਲੰਬਸ ਕਿਤੇ ਨਾ ਕਿਤੇ ਅੱਗੇ ਜਾ ਕੇ ਪਹੁੰਚਿਆ ਅਮਰੀਕਾਜ਼ ਦੇ ਵਿੱਚ। ਪਲੀਜ਼ ਕੰਟੀਨਿਊ ਜੋ ਤੁਸੀਂ ਗੱਲ ਸਾਡੇ ਨਾਲ ਸ਼ੇਅਰ ਕਰ ਰਹੇ ਸੀ। ਹਾਂਜੀ, ਕਿਉਂਕਿ ਸਾਰੇ ਮੁਲਕ ਹੀ ਇੰਗਲੈਂਡ ਵੀ ਵਿੱਚ ਐਂਡ ਸਪੇਨ ਐਂਡ ਪੋਰਚੁਗਲ ਐਂਡ ਫ੍ਰੈਂਚ, ਉਹਨਾਂ ਨੇ ਸਭ ਨੇ ਐਕਸਪਲੋਰੇਸ਼ਨ ਸ਼ੁਰੂ ਕੀਤੀਆਂ ਸੀ। ਔਰ ਸਾਨੂੰ ਸਭ ਨੂੰ ਪਤਾ ਹੈ ਕਿ ਉਸ ਵਕਤ ਉੱਥੇ ਰਾਜੇ ਰਾਣੀਆਂ ਦਾ ਰਾਜ ਹੁੰਦਾ ਸੀ। ਇੰਗਲੈਂਡ ਵਿੱਚ ਅੱਜ ਵੀ ਹੈਗੀ ਹੈ ਕੁਈਨ ਉਹਨਾਂ ਦੀ, ਐਂਡ ਦੈਨ ਸਪੇਨ ਆਲਸੋ ਹੈਜ਼ royal families and they had lot of money and all the resources, so they could go and people could go and get approved their explorations। ਜਿਵੇਂ ਅੱਜ ਨਾਸਾ 'ਚ ਐਕਸਪਲੋਰੇਸ਼ਨ ਹੋ ਰਹੀਆਂ ਨੇ, ਪੁਲਾੜ ਦੀਆਂ ਸਪੇਸ ਦੀ ਐਕਸਪਲੋਰੇਸ਼ਨ ਹੋ ਰਹੀ ਹੈ, ਉਦੋਂ ਜ਼ਮੀਨ ਦੀ ਹੋ ਰਹੀ ਸੀ। ਸੋ ਜਦੋਂ ਕ੍ਰਿਸਟੋਫਰ ਕੋਲੰਬਸ ਲੱਭਦਾ ਆਇਆ ਹੈਗਾ ਤੇ ਉਹਨੇ ਤਾਂ ਹੀ ਇਹਨਾਂ ਨੂੰ ਰੈੱਡ ਇੰਡੀਅਨ ਕਹਿ ਦਿੱਤਾ ਸੀਗਾ, ਕਿਉਂਕਿ ਇੱਥੇ ਜਿਹੜੇ ਲੋਕ ਰਹਿੰਦੇ ਸੀਗੇ they had nothing to do with that India, ਜਿਹੜਾ ਅੱਜ ਉੱਥੇ ਇੰਡੀਆ ਹੈਗਾ ਉਹ ਵੀ ਇੰਡੀਆ ਨਹੀਂ ਸੀਗਾ, ਉਹ ਵੀ ਉਹਨਾਂ ਨੇ ਬਣਾ ਲਿਆ because it was a big continent with lot of countries। ਤੇ ਏਦਾਂ ਹੀ ਅਮਰੀਕਾ ਜਿਹੜਾ ਜਿੱਥੇ ਅਸੀਂ ਹੁਣ ਰਹਿੰਦੇ ਆ, ਸਾਊਥ ਤੇ ਨਾਰਥ ਅਮਰੀਕਾ ਔਰ ਵਿੱਚੇ ਜਿਹੜੇ ਹੈਗੇ ਆ ਛੋਟੇ ਛੋਟੇ ਆਈਲੈਂਡ ਇਹਦੇ ਆਲੇ ਦੁਆਲੇ, ਇੱਥੋਂ ਦੇ ਓਰੀਜਨਲ ਲੋਕੀ, ਇੰਡੀਜੀਨੀਅਸ ਲੋਕੀ ਰਹਿੰਦੇ ਸੀਗੇ, ਜਿਨ੍ਹਾਂ ਨੂੰ ਇਹਨਾਂ ਨੇ ਰੈੱਡ ਇੰਡੀਅਨ ਦਾ ਨਾਂ ਦਿੱਤਾ। ਉਹ ਇਸ ਕੁਦਰਤ ਨੂੰ ਇਹਦੇ ਨਾਲ ਰਹਿਣਾ, ਇੱਥੇ ਉਹਨਾਂ ਦਾ ਆਪਣਾ ਇੱਕ ਲਾਈਫ ਸਟਾਈਲ ਸੀ ਜਿੱਥੇ ਉਹ ਕੁਦਰਤ ਦੀ ਪੂਜਾ ਕਰਦੇ ਸਨ। ਸੋ ਇੰਡੀਜੀਨੀਅਸ ਜਿਹੜੇ ਲੋਕੀ ਹੈਗੇ ਸੀ ਉਹ ਇੱਥੇ ਰਹਿੰਦੇ ਨੇ, ਉਹ ਕੁਦਰਤ ਦੇ ਨਾਲ ਬੜੇ ਇਕਮਿਕ ਰਹਿੰਦੇ ਸੀਗੇ। ਉਹਨਾਂ ਦਾ ਆਪਣਾ ਬਹੁਤ ਜ਼ਿਆਦਾ ਸੋਹਣੇ ਸੁਨੱਖੇ ਲੰਬੇ ਉੱਚੇ ਬਿਮਾਰੀਆਂ ਤੋਂ ਰਹਿਤ, ਉਹਨਾਂ ਦੇ ਚਿਹਰੇ ਚਮਕਦੇ ਸਨ, ਉਹਨਾਂ ਦੇ ਕੇਸ ਲੰਮੇ ਲੰਮੇ, ਉਹਨਾਂ ਦੇ ਫੀਚਰਸ ਬਹੁਤ ਲੰਮੇ ਤਗੜੇ ਔਰ ਬਹੁਤ ਸੋਹਣੇ ਇੱਥੋਂ ਦੇ ਲੋਕ ਸੀ, ਬੜੇ ਬਹਾਦਰ। ਉਹ ਕੁਦਰਤ ਨੂੰ ਪੂਜਣ ਵਾਲੇ ਸੀਗੇ। ਉਹਨਾਂ ਦਾ ਕੋਈ ਏਦਾਂ ਖਾਸ ਕੋਈ ਧਰਮ ਨਹੀਂ, ਪਰ ਉਹਨਾਂ ਦਾ ਜਿੱਦਾਂ ਯੂ نو ਦੇ ਵਰ ਆਲਵੇਜ਼ ਨੇਚਰ ਦੇ ਨਾਲ ਜੁੜੇ ਹੋਏ ਸੀ, ਨੇਚਰ ਨੂੰ ਵਰਸ਼ਿਪ ਕਰਦੇ ਸੀ, ਰਾਈਟ? ਨੇਟਿਵ ਜੋ ਅਮਰੀਕਨ ਸੀ, ਹਾਂਜੀ, ਦੇ ਵਰ ਇਨ ਸਿੰਕਰੋਨਾਈਜੇਸ਼ਨ with the natural style of life। ਉਹਨਾਂ ਦੇ songs, ਉਹਨਾਂ ਦੇ instruments, ਉਹਨਾਂ ਦੀ ਪੂਜਾ, ਉਹਨਾਂ ਦੀਆਂ prayers, ਉਹਨਾਂ ਸਭ ਕੁਝ ਕੁਦਰਤ ਦੇ ਨਾਲ ਸਿੰਕਰੋਨਾਈਜ਼। ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਉਹ ਕਦੇ ਵੀ ਧਰਤੀ ਦੇ ਉੱਤੇ, ਜੰਗਲਾਂ ਦੇ ਉੱਤੇ, ਨਦੀਆਂ ਦੇ ਉੱਤੇ, ਆਪਣੀਆਂ ਝੀਲਾਂ ਦੇ ਉੱਤੇ, ਸਮੁੰਦਰਾਂ ਤੇ ਕਦੇ ਵੀ ਕੋਈ ਮਾਲਕਾਨਾ ਹੱਕ ਨਹੀਂ ਸੀ ਕਦੇ ਵੀ ਰੱਖਦੇ। ਔਰ ਉਹ ਕਹਿੰਦੇ ਸੀਗੇ ਕਿ ਜੋ ਵੀ ਕੁਦਰਤ ਨੇ ਸਾਨੂੰ ਦਿੱਤਾ ਹੈਗਾ ਇਹਦੇ ਤੇ ਕਿਸੇ ਦੀ ਮਾਲਕੀ ਹੋ ਹੀ ਨਹੀਂ ਸਕਦੀ, ਐਂਡ ਇਟ ਇਜ਼ ਫॉर एवरीवन। ਦੂਸਰੇ ਐਡੇ ਸਿਆਣੇ ਹੈ ਕਿ ਉਹ ਕਦੇ ਵੀ ਕੁਦਰਤੀ ਰਿਸੋਰਸਸ ਨੂੰ ਸਿਰਫ ਆਪਣੇ ਸੈਲਫਿਸ਼ ਮੋਟਿਵ ਲਈ ਵਰਤ ਕੇ ਤੇ ਬਾਕੀ ਖਰਾਬ ਨਹੀਂ ਸੀ ਕਰਦੇ ਜੀ। that means there was no greed and they always lived like a big family। ਭਾਵੇਂ ਉਹਨਾਂ ਦੇ ਚੀਫ ਹੈਗੇ ਸੀ ਵੱਖਰੇ ਵੱਖਰੇ ਔਰ ਉਹਨਾਂ ਦੀ ਆਪਣੀਆਂ ਵੱਖਰੀਆਂ ਵੱਖਰੀਆਂ ਰਿਵਾਇਤਾਂ ਸੀ, ਮੇਬੀ ਇੱਕ ਦੂਜੇ ਦੇ ਨਾਲ ਉਹ ਨਾ ਕਰਦੇ ਹੋਣ, ਯੂ نو ਮੇਲ ਜੋਲ ਜਾਂ ਜੋ ਵੀ, ਪਰ ਉਹ ਕੁਦਰਤ ਨੂੰ ਬਹੁਤ ਸਾਂਭ ਕੇ ਰੱਖਦੇ ਸੀ। ਇਸ ਕਰਕੇ ਅਮਰੀਕਾਜ਼ ਵਰ ਸੋ ਬਿਊਟੀਫੁਲ। ਬਰਕਤ ਸੀਗੀ, ਮਤਲਬ ਧਰਤੀ ਦੇ ਵਿੱਚ ਬਰਕਤ ਸੀਗੀ। ਬਟ ਇਟਸ ਸੋ ਇੰਟਰਸਟਿੰਗ, ਆਮ ਗਲੈਡ ਯੂ نو ਜੋ ਇੱਥੇ ਬੱਚੇ ਇੱਥੇ ਸਕੂਲ ਪੜ੍ਹਦੇ ਆ ਉਹਨਾਂ ਲਈ ਤਾਂ ਇਹ ਚੀਜ਼ ਬਹੁਤ ਕਾਮਨ ਨੌਲੇਜ ਹੁੰਦੀ
you learn this in like first grade, second grade, you know, like grade school ਦੇ ਵਿੱਚ ਤੁਹਾਨੂੰ ਸਿਖਾਇਆ ਜਾਂਦਾ ਹੈ. But I wanted to share this information. It's so interesting. Christopher Columbus ਜੋ ਕਿ explorer ਸੀਗੇ, ਉਹਨਾਂ ਨੂੰ basically grant ਮਿਲਦੀ ਹੈ, ਇੱਕ ਕਿਸਮ ਦੀ ਉਹਨਾਂ ਨੂੰ budget ਦਿੱਤਾ ਜਾਂਦਾ ਹੈ from one of these royal families in Spain ਕਿ ਜਾ ਕੇ ਤੂੰ discover ਕਰ ਇੰਡੀਆ ਨੂੰ. ਇੰਡੀਆ ਤੋਂ ਸਾਨੂੰ ਮਸਾਲੇ ਚਾਹੀਦੇ ਆ, ਉਹ spices ਲਈ ਇੰਡੀਆ ਵੱਲ ਤੁਰਨ ਦੀ ਜਗ੍ਹਾ ਪੁੱਠੇ ਪਾਸੇ ਚੱਲ ਪੈਂਦਾ. So he ends up in the Americas and ਇਸ ਕਰਕੇ ਹਲੇ ਤੱਕ ਜੋ ਇੱਥੇ ਦੇ ਨੇਟਿਵ ਅਮਰੀਕਨ ਸੀਗੇ ਉਹਨਾਂ ਨੂੰ ਇੰਡੀਅਨ ਕਿਹਾ ਜਾਂਦਾ ਬਿਕਾਜ਼ ਦੈਟਸ ਕ੍ਰਿਸਟੋਫਰ ਕੋਲੰਬਸ. ਉਹਦੀ ਉਹ ਦੇਣ ਸੀਗੀ ਕਿ ਉਹਨੇ ਇੱਥੇ ਆ ਕੇ ਲੋਕਾਂ ਨੂੰ ਵੇਖਿਆ ਐਂਡ ਕਿਹਾ ਕਿ ਉਹ ਇੰਡੀਅਨ ਹੋਣੇ ਹੈ. ਬਟ ਉਹਨੂੰ ਇੱਥੇ ਮਸਾਲੇ ਤਾਂ ਨਹੀਂ ਲੱਭੇ. ਇਨ ਫੈਕਟ ਕ੍ਰਿਸਟੋਫਰ ਕੋਲੰਬਸ ਜਦੋਂ ਆਇਆ ਵਰਤਿਆ ਇੱਥੇ ਦੇ ਨੇਟਿਵ ਅਮਰੀਕਨਸ ਦੇ ਨਾਲ, ਜਿਨ੍ਹਾਂ ਨੂੰ ਇੰਡੀਜੀਨਸ ਪੀਪਲ ਕਿਹਾ ਜਾਂਦਾ, ਜਿਸ ਤਰ੍ਹਾਂ ਤੁਸੀਂ ਕਿਹਾ, ਕਿਸ ਤਰ੍ਹਾਂ ਦਾ ਉਹਨੇ ਉਹਨਾਂ ਦੇ ਨਾਲ ਵਰਤਾਵ ਕੀਤਾ? ਹਾਊ ਡਿਡ ਹੀ ਟ੍ਰੀਟ them? ਲਾਈਕ ਕੀ ਹੋਇਆ ਇੱਥੇ ਦੀ ਇੰਡੀਜੀਨਸ ਨੇਟਿਵ ਪੋਪੂਲੇਸ਼ਨਸ ਨੂੰ ਆਫਟਰ ਕ੍ਰਿਸਟੋਫਰ ਕੋਲੰਬਸ ਕੇਮ? ਹਾਂਜੀ, ਤੁਹਾਨੂੰ ਪਤਾ ਸ਼ਿਕਾਰੀਆਂ ਦਾ ਕੀ ਹਾਲ ਹੁੰਦਾ ਹੈ. ਸ਼ਿਕਾਰੀਆਂ ਦੀ ਨੇਚਰ ਹੁੰਦੀ ਹੈ, ਉਹ ਪਹਿਲਾਂ ਸ਼ਿਕਾਰ ਨੂੰ ਬੜਾ ਮਿੱਠਾ ਪਿਆਰਾ ਬਣ ਕੇ ਦਿਖਾਉਂਦੇ ਆ. ਜਿਵੇਂ ਕੋਈ ਸ਼ਿਕਾਰੀ ਕਬੂਤਰਾਂ ਨੂੰ ਦਾਣੇ ਪਾਉਂਦਾ ਹੈ, ਹਿਰਨਾਂ ਨੂੰ ਫਸਾਉਣ ਲਈ ਉਹਨਾਂ ਵਰਗਾ ਹਿਰਨ ਇੱਕ ਕਾਲਾ ਹਿਰਨ ਹੁੰਦਾ ਹੈ. ਇਸ ਤਰ੍ਹਾਂ ਉਹ ਕੀ ਕਰਦੇ ਨੇ, ਏਦਾਂ ਦੇ ਤਰੀਕੇ ਲੱਭਦੇ ਨੇ ਕਿ ਉਹਨਾਂ ਦੀ ਸਿੰਪਥੀ ਲਈ ਜਾਏ. ਸਿੰਪਥੀ ਲੈਣ ਲਈ ਉਹ ਉਹਨਾਂ ਵਰਗੇ ਬਣਦੇ ਨੇ, ਉਹਨਾਂ ਦੇ ਨਾਲ ਮਿੱਠੇ ਪਿਆਰੇ ਬਣਨਗੇ, ਉਹਨਾਂ ਨੂੰ ਉਹ ਹਰ ਤਰੀਕੇ ਨਾਲ ਦੇ ਵਿਲ ਬੀ ਲਾਈਕ ਲਾਈਂਗ ਡਾਊਨ. ਜਿੱਦਾਂ ਬਾਣੀ ਚਾਹੁੰਦਾ ਹੈ, ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ, ਤੇ ਸਾਹਿਬ ਕਹਿੰਦੇ ਸੀਸ ਨਿਵਾਈਏ ਕਿਆ ਚੀਏ ਜਾ ਰਹੇ ਇੱਕ ਸੁਦੇ ਜਾਏ. ਇਹ ਹਰ ਚੀਜ਼ ਦਾ ਤੋੜ ਗੁਰਬਾਣੀ ਚ ਉਹ ਇਹ ਹੈਗਾ ਕਿ ਉਹ ਸ਼ਿਕਾਰੀ ਦੀ ਬਿਰਤੀ ਹੁੰਦੀ, ਉਹਨੇ ਜਿੱਤਣਾ ਹੁੰਦਾ ਹੈ ਨਾ, ਇਸ ਕਰਕੇ ਉਹ ਠੱਗਦਾ ਹੈ, ਉਹ ਦਾਲ ਆਂਦਾ ਹੈ, ਉਹਨੂੰ ਪਤਾ ਨਹੀਂ ਲੱਗਣਾ. ਤੇ ਇੱਥੇ ਦੇ ਲੋਕ ਜਿਹੜੇ ਸੀਗੇ, ਕਿਉਂਕਿ ਕੁਦਰਤ ਨਾਲ ਰਹਿਣ ਵਾਲਾ ਬੰਦਾ ਭੋਲਾ ਹੁੰਦਾ ਹੈ, ਉਹਦੇ ਵਿੱਚ ਚਲਾਕੀਆਂ ਵੀ ਨਹੀਂ ਹੁੰਦੀਆਂ, ਉਹਨੂੰ ਇਸ ਕਰਕੇ ਸਮਝ ਨਹੀਂ ਆਉਂਦੀ ਕਿ ਅਗਲਾ ਸ਼ਿਕਾਰੀ ਕਿਹੋ ਜਿਹੇ ਡੋਰੇ ਉਹਦੇ ਤੇ ਪਾ ਰਿਹਾ ਹੈ. ਅੱਛਾ, ਉਹਨਾਂ ਨੇ ਫਿਰ ਜਦੋਂ ਆਏ ਨੇ ਤੇ ਕੇਪ ਕਾਡ ਤੁਹਾਡੇ ਕੋਲ ਹੀ ਹੈ ਨਿਊਯਾਰਕ ਦੇ, ਉੱਥੇ ਬੋਸਟਨ ਦੇ ਵਿੱਚ ਪਹਿਲਾਂ ਥੱਲੇ ਇਹ ਸਾਊਥ ਅਮਰੀਕਾ ਦਾ ਜਿਹੜੇ ਜਦੋਂ ਹੈਗੇ ਏਰੀਆਜ਼, ਛੋਟੇ ਛੋਟੇ ਆਈਲੈਂਡ, ਉਧਰੋਂ ਦੀ ਇਹ ਬੜੇ ਸੀਗੇ. ਇਟ ਵਾਸ ਸੋ ਡਿਫਿਕਲਟ ਫॉर them ਉੱਥੋਂ ਆ ਕੇ ਉਹਨਾਂ ਲਈ ਇੱਥੇ ਰਹਿਣਾ, ਸਰਵਾਈਵ ਕਰਨਾ, ਕਿਉਂਕਿ ਜੋ ਕੁਝ ਉੱਥੇ ਉਹ ਖਾਂਦੇ ਸੀ ਉਹ ਤੇ ਇੱਥੇ ਹੈਗਾ ਹੀ ਨਹੀਂ ਸੀ. ਆਬੋ ਹਵਾ ਬਿਲਕੁਲ ਅਲੱਗ ਹੈ, ਏਰੀਆ ਅਲੱਗ ਹੈ. ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਦਾਂ ਰਹਿਣਾ ਇੱਥੇ, ਇੱਥੋਂ ਦੀ ਅਸੀਂ ਜਿਹੜੇ ਆਬੋ ਹਵਾ ਹੈਗੀ ਹੈ, ਇੱਥੋਂ ਦਾ ਐਟਮੋਸਫੀਅਰ ਹੈ, ਕਲਾਈਮੇਟ ਹੈ, ਉਹਦੇ ਨਾਲ ਐਕਲੀਮੇਟਾਈਜ਼ ਕਿੱਦਾਂ ਹੋਣਾ. ਸੋ ਸਲੋਲੀ ਦੇ ਵਿਨ ਓਵਰ them. ਉਹਨਾਂ ਨੂੰ ਕਹਿਣ ਲੱਗੇ ਅਸੀਂ ਉੱਥੇ, ਕਿਉਂਕਿ ਪਿਊਰਿਟਨਸ ਉਹਨਾਂ ਨੂੰ ਕਹਿੰਦੇ ਜਿਹੜੇ ਆਏ ਸੀਗੇ ਪਲਿਮਥ ਦੇ ਉੱਤੇ, ਤੇ ਪਿਊਰਿਟਨਸ ਜਿਹੜੇ ਉਹ ਉੱਥੇ ਇੰਗਲੈਂਡ ਦੇ ਸਿਸਟਮ ਤੋਂ ਬਹੁਤ ਦੁਖੀ ਸੀ, ਜਿਵੇਂ ਅੱਜ ਵੀ ਸੰਸਾਰ ਦੇ ਕਈ ਹਿੱਸਿਆਂ 'ਚ ਚੱਲ ਰਿਹਾ, ਭਾਰਤ ਵਿੱਚ ਵੀ ਚੱਲ ਰਿਹਾ ਹੈ ਕਿ ਜਿਹੜਾ ਉੱਥੇ ਦਾ ਮੇਨ ਧਰਮ ਤੇ ਸਰਕਾਰ ਇੱਕੋ ਹੀ ਬਣ ਜਾਂਦੀ ਹੈ ਤੇ ਉਹ ਬੜੇ ਹੀ ਜ਼ਾਲਮ ਹੋ ਜਾਂਦੇ ਨੇ. ਚਰਚ ਐਂਡ ਸਟੇਟ ਵਾਸ ਟੁਗੇਦਰ ਇਨ ਇੰਗਲੈਂਡ, ਤੇ ਉੱਥੇ ਸਾਰੇ ਉਹੀ ਚੱਲਦਾ ਸੀਗਾ ਤੇ ਲੋਕਾਂ ਨੂੰ ਬਹੁਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਪੁਜਾਰੀਆਂ ਦਾ ਬੋਲਬਾਲਾ ਸੀਗਾ. ਤੇ ਪਿਊਰਿਟਨਸ ਉਹ ਸੀ ਜਿਹੜੇ ਕਹਿੰਦੇ ਸੀ ਅਸੀਂ ਬਾਈਬਲ ਦੇ ਅਕੋਰਡਿੰਗਲੀ ਚੱਲਦੇ ਹਾਂ, ਹਾਲਾਂਕਿ ਉਹ ਵੀ ਇੱਥੇ ਉਹੀ ਕੁਝ ਕਰਨ ਲੱਗੇ ਫਿਰ ਆ ਕੇ. ਸੋ ਦੈਨ ਦੇ ਵਰ ਵਿਚਾਰੇ ਇੱਥੇ ਵਾਲੇ ਲੋਕਾਂ ਨੂੰ ਥੋੜਾ ਉਹਨਾਂ ਦੇ ਤਰਸ ਆਇਆ, ਚਲੋ ਆ ਗਏ ਨੇ, ਕਹਿੰਦੇ ਮਰ ਖੱਪ ਕੇ ਜਾਂਦੇ ਸੀ, ਬਹੁਤ ਜਣੇ ਮਰ ਜਾਂਦੇ ਸੀ. ਤੁਹਾਨੂੰ ਪਤਾ ਸਮੁੰਦਰੀ ਬੇੜਿਆਂ ਦੇ ਅੰਦਰ ਕੋਈ ਬਚਦਾ ਥੋੜੀ ਸੀ, ਬੜੀ ਮੁਸ਼ਕਲ ਨਾਲ ਕੋਈ ਥੋੜੇ ਜਣੇ ਅੱਗੇ ਬਚ ਕੇ ਪਾਰ ਨਿਕਲਦੇ ਸਨ. ਬਟ ਦੈਨ ਉੱਥੋਂ ਆਈ ਤੁਰੇ ਜਾਂਦੇ ਸੀ. once they know they had some kind of ਪਿੱਛੇ ਕੋਈ ਜਿਹੜੇ ਉਹਨਾਂ ਦੇ ਵਾਪਸ ਇੱਥੋਂ ਜਾਂਦੇ ਸੀ ਜਾਂ ਸਮੁੰਦਰਾਂ 'ਚ ਬੇੜੇ ਹੁੰਦੇ ਸੀ, ਏਦਾਂ ਪਿੱਛੇ ਖਬਰ ਪਹੁੰਚਦੀ ਸੀ ਕਿ ਏਦਾਂ ਇਹ ਪਹੁੰਚ ਗਿਆ, ਹੁਣ ਅਗਲਾ ਬੇੜਾ ਜਾਏਗਾ, ਹੁਣ ਅਗਲਾ ਸ਼ਿਪ ਜਾਏਗਾ, ਜਿਹੜੀ ਵੀ ਵੱਡੇ ਵੱਡੇ ਉਹਨਾਂ ਨੇ ਬਣਾਏ ਹੁੰਦੇ ਸੀ ਆਪਣੇ ਬੇੜੇ ਤਿਆਰੀਆਂ ਕਰਕੇ. ਸੋ ਕਹਿਣ ਦਾ ਭਾਵ ਹੈ ਕਿ ਉਹ ਫਿਰ ਇੱਥੇ ਹੌਲੀ ਹੌਲੀ ਉਹਨਾਂ ਨੂੰ ਇੰਡੀਜੀਨੀਅਸ ਲੋਕਾਂ ਨੇ ਹੀ ਆਲੂ ਤੇ ਮੱਕੀ ਖਾਣਾ ਸਿਖਾਇਆ ਜੀ. ਟਰਕੀ ਕਿਉਂਕਿ ਸੌਫਟ ਮੀਟ ਹੁੰਦਾ ਹੈ, ਬਾਕੀ ਉੱਥੇ ਸਾਰਾ ਦੂਜਾ ਮੀਟ ਖਾ ਲੈਂਦੇ ਸੀ, ਇਹਨਾਂ ਨੂੰ ਤੇ ਖਾਦਾ ਨਹੀਂ ਜਾਂਦਾ ਕਿਉਂਕਿ ਇੰਗਲੈਂਡ ਵਿੱਚ ਉਹ ਵਾਲੇ ਜਾਨਵਰ ਤੇ ਹੈ ਹੀ ਨਹੀਂ ਜਿਹੜੇ ਇੱਥੇ ਨੇ ਜੀ. ਸੋ ਉਹਨਾਂ ਨੇ ਇਹਨਾਂ ਕਿਹਾ ਟਰਕੀ ਸੌਫਟ ਹੁੰਦਾ, ਤੁਸੀਂ ਉਹ ਖਾ ਲਓ, ਤੇ ਉਹ ਇਹਨਾਂ ਨੇ ਉਗਾਇਆ ਫਿਰ. ਐਂਡ ਦੈਟਸ ਵੇਅਰ the ਜੋ ਇੱਥੇ ਹੌਲੀਡੇ ਬਹੁਤ ਵੱਡੇ ਲੈਵਲ ਤੇ ਮਨਾਈ ਜਾਂਦੀ, ਥੈਂਕਸਗਿਵਿੰਗ, ਦੈਟਸ ਵੇਅਰ ਇਟ ਕਮਸ ਫਰਮ. ਬਟ ਜਸਬੀਰ ਜੀ, ਵਾਂਸ ਅਗੇਨ ਅੱਜ ਦੀ ਡੇਟ ਦੇ ਵਿੱਚ ਥੈਂਕਸਗਿਵਿੰਗ ਨੂੰ ਹਰ ਇੱਕ ਕੋਈ ਮਨਾਉਂਦਾ ਹੈ, ਬਟ ਕੋਲੰਬਸ ਡੇ ਨੂੰ ਲੈ ਕੇ ਕੁਝ ਬੈਕਲੈਸ਼ ਵੇਖਣ ਨੂੰ ਮਿਲ ਰਿਹਾ ਹੈ ਰੀਸੈਂਟ ਸਾਲਾਂ ਦੇ ਵਿੱਚ ਕਿ ਕੋਲੰਬਸ ਨੂੰ ਅਸੀਂ ਕਿਉਂ ਮਨਾਉਂਦੇ ਹਾਂ. ਕੋਲੰਬਸ ਜਿਨੇ ਇੰਨੇ ਅਤਿਆਚਾਰ ਕੀਤੇ ਇੱਥੇ ਦੇ ਲੋਕਾਂ ਤੇ, ਜਿਹਦੇ ਕਰਕੇ ਇੱਕ ਪੂਰੀ ਸਿਵਲਾਈਜੇਸ਼ਨ ਇੱਕ ਕਿਸਮ ਦੀ ਖਤਮ
ਖਤਮ ਹੋ ਗਈ, ਜੋ ਉਹਨਾਂ ਦਾ ਲੈਂਡ ਸੀਗਾ ਉਹ ਉਹਨਾਂ ਦਾ ਨਹੀਂ ਰਿਹਾ, ਉਹਨਾਂ ਨੂੰ ਕਿੰਨੀ ਬੇਸਬਰੀ ਦੇ ਨਾਲ ਮਾਰਾ ਗਿਆ। ਉਸ ਕੋਲੰਬਸ ਨੂੰ ਅਸੀਂ ਕਿਉਂ ਮਨਾਉਂਦੇ ਹਾਂ, ਤੇ ਇੱਕ ਮੂਵਮੈਂਟ ਵੀ ਮਾੜੀ ਮੋਟੀ ਚੱਲ ਰਹੀ ਹੈ ਕਿ ਜਿੱਥੇ ਕੋਲੰਬਸ ਡੇ ਇਸ ਦਿਨ ਨੂੰ ਕਿਹਾ ਜਾਂਦਾ, ਇਹਨੂੰ ਇੰਡੀਜੀਨਸ ਪੀਪਲਸ ਡੇ ਕਿਹਾ ਜਾਣਾ ਚਾਹੀਦਾ ਕਿ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੂੰ ਮਾਰਿਆ ਗਿਆ ਬਾਈ ਕੋਲੰਬਸ ਐਂਡ ਹਿਜ਼ ਫੋਰਸਿਸ। ਸੋ ਟੈਲ ਅਸ ਅਬਾਊਟ ਦਿਸ ਸੈਂਟੀਮੈਂਟ ਕਿ ਇਸ ਕੋਲੰਬਸ ਨੂੰ ਚੇਂਜ ਕਰਕੇ ਇੰਡੀਜੀਨਸ ਪੀਪਲਸ ਡੇ ਦਾ ਚੇਂਜ ਕਿਉਂ ਲੋਕੀ ਲੈ ਕੇ ਆਉਣਾ ਚਾਹੁੰਦੇ ਆ? ਦੇਖੋ ਅਸ਼ਮਿਤਾ ਜੀ, ਜਿਹੜੀ ਹਕੂਮਤਾਂ ਹੁੰਦੀਆਂ ਨੇ ਐਂਡ ਪਾਵਰਫੁਲ ਜਿਹੜੇ ਲੋਕੀ ਹੁੰਦੇ ਆ, ਰਾਜੇ ਹੁੰਦੇ ਆ, ਜਿਨ੍ਹਾਂ ਕੋਲ ਫੋਰਸਿਸ ਹੁੰਦੀਆਂ ਨੇ, ਉਹ ਆਪਣੀ ਇਤਿਹਾਸ ਲਿਖਦੇ ਆ। ਕਹਿੰਦੇ ਨਾ ਸ਼ੇਰ ਕਦੀ ਆਪਣਾ ਇਤਿਹਾਸ ਨਹੀਂ ਲਿਖਦੇ, ਸ਼ਿਕਾਰੀ ਲਿਖਦੇ। ਸੋ ਇਹ ਸ਼ਿਕਾਰੀਆਂ ਦਾ ਇਤਿਹਾਸ ਹੈ। ਜਿਵੇਂ ਅਸੀਂ ਸਿੱਖ ਵੀ ਕਹਿੰਦੇ ਆ, ਆਈ ਐਮ ਜਸਟ ਲਾਈਕ ਗੋਇੰਗ ਪੈਰਲਲ ਕਿ ਪੀਪਲ ਕੈਨ ਆਲਵੇਜ਼ ਕੰਪੇਅਰ ਕਿ ਸਿੱਖਾਂ ਨੇ ਆਪਣਾ ਇਤਿਹਾਸ ਨਹੀਂ ਲਿਖਿਆ ਸਾਡਾ, ਜਾਂ ਤਾਂ ਗੋਰਿਆਂ ਨੇ ਲਿਖਤਾ ਜਾਂ ਬਾਹਮਣਾਂ ਨੇ ਲਿਖਤਾ ਜਾਂ ਅੰਗਰੇਜ਼ਾਂ ਨੇ ਲਿਖਤਾ। ਜੋ ਉਹਨਾਂ ਨੂੰ ਚੰਗਾ ਲੱਗਾ ਉਹ ਲਿਖਿਆ। ਤੱਥ ਨਹੀਂ ਹੁੰਦੇ ਉਹਦੇ ਵਿੱਚ, ਜ਼ਿਆਦਾਤਰ ਤੱਥ ਉੱਥੇ ਹੀ ਹੁੰਦੇ ਨੇ ਜੇ ਤੁਹਾਡਾ ਕੋਈ ਆਪਣਾ ਉਹਦੇ ਬਾਰੇ ਲਿਖੇ। ਹੁਣ ਇਹ ਵੀ ਸਾਨੂੰ ਪਤਾ ਤਾਂ ਹੈ ਕਿਉਂਕਿ ਜਿਹੜੇ ਇੰਡੀਜੀਨੀਅਸ ਲੋਕੀ ਹੈਗੇ, ਜਿਨ੍ਹਾਂ ਨੂੰ ਇਹਨਾਂ ਨੇ ਰਿਜ਼ਰਵੇਸ਼ਨਸ ਵਿੱਚ ਧੱਕਿਆ, ਸਾਰਾ ਕੁਝ ਖੋ ਕੇ ਉਹਨਾਂ ਨੂੰ ਜਿਸ ਤਰ੍ਹਾਂ ਮੁਰਗੀਆਂ ਦੇ ਭੇਡਾਂ ਦੇ ਵਾੜੇ ਵਿੱਚ ਵਾੜ ਦਿੱਤਾ। ਕੋਲੋਰਾਡੋ ਵਿੱਚ ਹੈਗੇ ਨੇ, ਮੈਨਹੈਟਨ ਚ ਹੈਗੇ ਨੇ, ਮੈਨਹੈਟਨ ਤੇ ਡਿਫਰੈਂਟ ਸਟੋਰੀ ਹੈ। ਕੋਲੋਰਾਡੋ ਵਿੱਚ ਬਹੁਤ ਵੱਡੀ ਉੱਥੇ ਰਿਜ਼ਰਵੇਸ਼ਨ, ਤੁਹਾਨੂੰ ਹੁਣੇ ਪਿੱਛੇ ਤੁਸੀਂ ਜਦੋਂ ਪ੍ਰੈਜ਼ੀਡੈਂਟ ਟਰੰਪ ਸੀਗੇ ਉਦੋਂ ਸੀਗਾ ਕਿ ਉੱਥੇ ਪਾਈਪਲਾਈਨ ਜਾਰੀ ਸੀਗੀ ਬਹੁਤ ਵੱਡੀ, ਉਹਨਾਂ ਦੀ ਰਿਜ਼ਰਵੇਸ਼ਨ ਦੇ ਥਰੂ। ਰਿਜ਼ਰਵੇਸ਼ਨ, ਉਹ ਕਹਿੰਦੇ ਸੀ ਸਾਡਾ ਪਾਣੀ ਐਡਾ ਹੋਲੀ ਹੈ, ਇੰਨਾ ਮਿੱਠਾ ਸਾਡਾ ਪਾਣੀ, ਇਹਨੂੰ ਬਰਬਾਦ ਨਾ ਕਰੋ, ਤੁਸੀਂ ਸਾਡੀ ਜ਼ਮੀਨ ਨਾ ਖੋਦੋ ਕਿਉਂਕਿ ਅਸੀਂ ਉਸੇ ਤਰ੍ਹਾਂ ਰਹਿਣਾ ਚਾਹੁੰਦੇ ਆ। ਤਾਂ ਉਹਨਾਂ ਦੇ ਹੱਕ ਹੀ ਸਾਰੇ ਖਤਮ ਹੋ ਗਏ ਨੇ। ਜਦੋਂ ਕਿਸੇ ਦੇ ਸਾਰੇ ਹੱਕ ਹੀ ਤੁਸੀਂ ਖੋਹ ਲਏ, ਜਿਉਣ ਦਾ ਹੱਕ ਵੀ ਖੋਹ ਲਿਆ, ਨੇਚਰ ਦੇ ਨਾਲ ਰਹਿਣ ਦਾ ਹੱਕ ਵੀ ਖੋਹ ਲਿਆ, ਆਪਣੇ ਤਰੀਕੇ ਨਾਲ ਜਿਉਣ ਦਾ, ਆਪਣੇ ਤਰੀਕੇ ਨਾਲ ਆਪਣੇ ਫੇਥ ਨੂੰ ਮਨਾਉਣ ਦਾ ਹੱਕ ਵੀ ਖੋਹ ਲਿਆ, ਫਿਰ ਤੁਸੀਂ ਉਹਨਾਂ ਨੂੰ ਇੰਨੇ ਗੰਦੇ ਨਾਮ ਦਿੱਤੇ ਹੈਗੇ ਆ, ਸੈਵੇजेस ਦੇ ਨਾਮ। They were called savages. They were told you don't know how to live, you don't know how to dress up. What do you mean? Dress up ਕੱਲਾ ਇੱਕ ਤਰੀਕੇ ਦਾ ਥੋੜੀ ਹੁੰਦਾ ਹੈ ਕਿ ਇੱਕ ਗੋਰਿਆਂ ਨੇ ਸੈੱਟ ਕਰਤਾ ਜਾਂ ਬਾਹਮਣਾਂ ਨੇ ਸੈੱਟ ਕਰਤਾ ਜਾਂ ਮੁਗਲਾਂ ਨੇ ਸੈੱਟ ਕਰਤਾ ਤੇ ਉਹ ਹੋਏਗਾ ਵੇ ਆਫ ਡਰੈਸ ਅਪ। No, it is according to your belief, like you see me. It is my belief, and it was this dress and this code of conduct was given to me. This is pious and holy and powerful to me. So I have every right to dress up in the love of my guru. Same way, ona da every right hega to dress up in the love of their faith and their belief. And everybody has the right. So jehda banda everybody nu right nahi denda te ikkoi hi cheez nu sahi samajhda hai, us to vadda zalim koi nahi hai. So ਇਹਨਾਂ ਨੇ ਫਿਰ ਬ੍ਰਿਟਿਸ਼ਰਸ ਨੇ, ਗੋਰਿਆਂ ਨੇ ਉੱਥੋਂ ਆ ਕੇ ਇਹਨਾਂ ਦੇ ਬੜਾ ਜ਼ੁਲਮ ਤੇ ਤਸ਼ੱਦਦ ਕੀਤਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ, ਮੈਨਹੈਟਨ 1 ਰੁਪਏ ਚ ਵਿਕਿਆ ਸੀ, in $1। ਤੁਹਾਨੂੰ ਪਤਾ ਹੋਣਾ ਹੈ ਕਿਉਂਕਿ ਇਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਕਦੇ ਸ਼ਰਾਬ ਤੇ ਜਿਹੜੇ ਹੈਗੇ ਨਸ਼ੇ ਨਹੀਂ ਸੀ ਕਰਦੇ ਇੱਥੋਂ ਦੇ ਇੰਡੀਜੀਨੀਅਸ ਲੋਕੀ ਦੇ। ਉਹਨਾਂ ਨੂੰ ਉਹ ਤੇ ਇੰਨੇ ਪਾਇਸ ਤੇ ਹੋਲੀ ਹੁੰਦੇ ਸੀ, ਉਹ ਤੇ ਆਪਣੀ ਨੇਚਰ ਦੇ ਅਕੋਰਡਿੰਗਲੀ ਰਹਿੰਦੇ ਸੀਗੇ। ਬੇਸ਼ੱਕ ਉਹਨਾਂ 'ਚ ਵੀ ਕੋਈ ਕਮੀਆਂ ਹੋਣਗੀਆਂ, ਹਰ ਇੱਕ 'ਚ ਹੁੰਦੀਆਂ ਨੇ। ਇਹਨਾਂ ਨੇ ਫਿਰ ਉਹਨਾਂ ਨੂੰ ਸ਼ਰਾਬ ਪੀਣ ਲਾਇਆ, ਤਮਾਕੂ ਵੀ ਇੱਥੇ ਲਿਆਏ ਸੀ ਗੋਰੇ ਹੀ। and it's so funny ਕਿ ਤੁਸੀਂ ਇਹ ਸ਼ਰਾਬ ਦੀ ਗੱਲ ਕੀਤੀ। I mean ਇੱਕ ਤੁਸੀਂ ਕਹਿ ਲਓ ਜੋ ਲੈਗੇਸੀ ਇਹਨਾਂ ਨੇ ਛੱਡ ਦਿੱਤੀ ਹੈ, ਜੋ ਇਸ ਅੱਜ ਦੀ ਡੇਟ ਦੇ ਵਿੱਚ ਨੇਟਿਵ ਪੋਪੂਲੇਸ਼ਨਸ ਨੂੰ ਕ੍ਰਿਪਲ ਕਰੀਏ, that is alcoholism, ਜੂਆ ਤੇ ਸ਼ਰਾਬ। ਜਿਨ ਰਿਜ਼ਰਵੇਸ਼ਨਸ ਤੇ ਰਹਿੰਦੇ ਹੈ, they're in places like Nevada ਜਿੱਥੇ ਜੂਆ ਲੀਗਲ ਹੈਗਾ ਤੇ ਉੱਥੇ ਸਭ ਤੋਂ ਜ਼ਿਆਦਾ ਹਾਈਐਸਟ alcohol ਦੇ ਰੇਟਸ ਹੁੰਦੇ। I mean ਇੱਕ ਵਾਰੀ ਫਿਰ ਕਹਿਣ ਦੀ ਲੋੜ ਇੱਥੇ ਹੈਗੀ, ਪੂਰੀ ਸਿਵਲਾਈਜੇਸ਼ਨ ਨੂੰ ਤਬਾਹ ਕਰਤਾ। ਉਹਨਾਂ ਦੇ ਜੋ ਰਹਿਣ ਸਹਿਣ ਦਾ, ਸੋਚਣ ਦਾ, ਸਮਝਣ ਦਾ ਤਰੀਕਾ ਸੀਗਾ ਉਹਨੂੰ ਖਤਮ ਕਰਤਾ। ਐਂਡ ਇਹਦੀ ਸ਼ੁਰੂਆਤ ਹੋਈ ਕਿਸੇ ਨਾ ਕਿਸੇ ਹੱਦ ਤੱਕ ਕ੍ਰਿਸਟੋਫਰ ਕੋਲੰਬਸ ਤੋਂ। ਸੋ ਯੂ ਕੈਨ ਅੰਡਰਸਟੈਂਡ ਕਿ ਲੋਕਾਂ ਦਾ ਇਸ ਚੀਜ਼ ਦੇ ਖਿਲਾਫ ਉੱਠਣਾ ਕਿਉਂ ਜਾਇਜ਼ ਬਣਦਾ ਹੈ, ਖਾਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ, ਨੇਟਿਵ ਪੋਪੂਲੇਸ਼ਨਸ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਸਭ ਕੁਝ ਖੋਲਿਆ ਤੇ ਹਲੇ ਤੱਕ ਉਹ ਸਟਰਗਲ ਜਾਰੀ ਹੈ ਉਹਨਾਂ ਲਈ। ਈਵਨ ਇਨ ਮਾਡਰਨ ਟਾਈਮਸ ਥਿੰਗਸ ਹੈਵਨਟ ਇੰਪਰੂਵਡ ਮਚ ਫॉर them and ਅਸੀਂ ਜ਼ਰੂਰ ਅੱਜ ਅਮਰੀਕਾ ਦੀ ਗੱਲ ਕरें, ਕੋਲੰਬਸ ਡੇ ਇੱਥੇ ਮਨਾਇਆ ਜਾਂਦਾ ਹੈ, ਬਟ ਦਿਸ ਇਜ਼ ਦ ਸੇਮ ਪ੍ਰੋਬਲਮ, ਸੇਮ ਸਟਰਗਲ ਜੋ ਕੈਨੇਡਾ ਦੇ ਵਿੱਚ ਵੀ ਉੱਥੇ ਦੀ ਇੰਡੀਜੀਨਸ ਪੋਪੂਲੇਸ਼ਨਸ ਫੇਸ ਕਰ ਰਹੀਆਂ। ਉੱਥੇ ਕਿਸ ਤਰ੍ਹਾਂ ਦਾ ਅਤਿਆਚਾਰ ਹੋਇਆ, ਜ਼ਰੂਰ ਲੋਕਾਂ ਨੇ ਨਿਊਜ਼ ਦੇ ਵਿੱਚ ਸੁਣਿਆ ਨੇ, ਅਨਮਾਰਕਡ ਗ੍ਰੇਵਸ ਐਂਡ ਆਲ ਆਫ ਥੀਸ ਥਿੰਗਸ।
So, Jasbir ji, of course, you know, I want to get more information from you, but ਅੱਜ ਸਾਨੂੰ ਸਮਾਂ ਇੱਥੇ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਜਾਂਦੇ ਜਾਂਦੇ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤੀ ਰੱਖਦੇ ਹੋ ਕਿ ਕੋਈ ਚੀਜ਼ ਭਾਵੇਂ ਇਤਿਹਾਸ ਸਾਡਾ ਹੈਗਾ, ਅਗਰ ਉਹ ਇਤਿਹਾਸ ਪੋਜ਼ਿਟਿਵ ਨਹੀਂ ਹੈ, ਸਾਨੂੰ ਉਹਨੂੰ ਵੱਖਰੇ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਉਹਦੇ ਬਾਰੇ, ਕਿ ਜਿੱਥੇ ਕੋਲੰਬਸ ਡੇ ਕਿਹਾ ਜਾਂਦਾ ਇਸ ਦਿਨ ਨੂੰ, ਸਾਨੂੰ ਇਹਨੂੰ ਇੰਡੀਜੀਨਸ ਪੀਪਲਸ ਡੇ ਕਹਿਣਾ ਚਾਹੀਦਾ ਹੈ। जी हाँ, मैं तो बताऊँ क्योंकि आई एम अ सिख एंड सिखी मेरा इश्क है, गुरु मेरा साडा महबूब है, पंजाब साडी जान है। ते असीं भी इंडिजीनियस लोकी आ, सारे जिहड़े पंजाब च पैदा होए ने वो इंडिजीनियस ने। बेशक वो पाकिस्तान चला गया, साडे वाल है या कुछ साडी सेम स्टोरी है। देखो सानू भी उत्ते नशियां ना खत्म, इहनूं कहंदे मेमोरी साइड। एक ते तुहाडा जेनोसाइड हुंदा है। जेनोसाइड इज व्हेन ਤੁਹਾਡੀ ਬੋਡੀ ਨੂੰ ਫਿਜ਼ੀਕਲੀ ਤੁਹਾਨੂੰ ਖਤਮ ਕੀਤਾ ਜਾਂਦਾ ਹੈ, ਪਰ ਉਸ ਤੋਂ ਵੀ ਖਤਰਨਾਕ ਹੈ ਮੈਮਰੀ ਸਾਈਡ। ਤੁਹਾਡੀ ਮੈਮਰੀ ਚੋਂ ਇਰੇਜ਼ ਕਰ ਦਿੱਤਾ ਜਾਂਦਾ ਹੈ who you are and what you believe in and what you should be doing, and ਤੁਹਾਡਾ ਜਿਹੜਾ ਪਿਆਰ ਹੁੰਦਾ, ਜਿਹੜਾ ਤੁਹਾਡਾ ਅਕੀਦਾ ਹੁੰਦਾ, ਜਿਹੜਾ ਤੁਹਾਡਾ ਫੇਥ ਹੁੰਦਾ, ਜਿਹੜੀ ਤੁਹਾਡੀ ਸਟਰੈਂਥ ਹੁੰਦੀ ਹੈ, ਜਿਹੜਾ ਤੁਹਾਡਾ ਵਿਸ਼ਵਾਸ ਹੁੰਦਾ ਹੈ, ਉਹਨੂੰ ਖਤਮ ਕੀਤਾ ਜਾਂਦਾ ਹੈ ਸਲੋਲੀ 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 ਮੈਮਰੀ ਸਾਈਡ ਕਰਕੇ। ਏਦਾਂ ਹੀ ਜਿਵੇਂ ਕਿ ਪੰਜਾਬ ਨੂੰ ਪਿਛਲੀ 150 ਸਾਲ ਤੋਂ 200 ਸਾਲ ਤੋਂ ਲੱਗੇ ਹੋਏ ਨੇ ਹੌਲੀ 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 ਖਤਮ ਕਰਨ, ਏਦਾਂ ਇਹਨਾਂ ਨੇ ਇੰਡੀਜੀਨਸ ਲੋਕਾਂ ਨੂੰ ਸਾਰੇ ਪਾਸਿਓਂ ਇਰੇਜ਼ ਕੀਤਾ ਹੈ ਪਿਛਲੇ 500 ਸਾਲ ਤੋਂ। ਮੈਨਹੈਟਨ ਨਾ ਹੀ ਉਹਨਾਂ ਦਾ ਹੈ, Chesapeake ना उन्ना दा है, होर तानू वे लखा नियाग्रा उन्ना दा ना है। I mean, there's so many places in the United States जदों ਅਸੀਂ ਸੋਚਦੇ ਕਿ ਨਾ ਕਿਥੋਂ ਹੈ, ਔਖੇ ਨਾਮ, Poughkeepsie, you know, Connecticut, all of these names ਇਹਨਾਂ ਦੇ ਨਾਂ ਸੀਗੇ, ਇਹਨਾਂ ਦੀ ਲੈਂਡ ਸੀਗੀ। But in any case, Jasbir Kaur ji, thank you so much ਤੁਸੀਂ ਸਾਡੇ ਨਾਲ ਅੱਜ ਜੁੜੇ, ਸਾਡੇ ਲਈ ਟਾਈਮ ਕੱਢੇ ਆਪਣੇ ਬਿਜ਼ੀ ਸਕੇਡਿਊਲ ਵਿੱਚੋਂ। wish you the best of luck with all of the wonderful work ਜੋ ਤੁਸੀਂ ਕਰ ਰਹੇ ਹੋ as the new president of the American Sikh Council। जरूर साडे नाल वापस आके जुड़ियो। Have a good rest of your evening, Jasbir ji। सत श्री अकाल। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਇਸ ਸਪੈਸ਼ਲ ਕੋਲੰਬਸ ਡੇ ਐਪੀਸੋਡ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਇਸ ਦਿਨ ਦਾ ਇਤਿਹਾਸ ਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਿਨ ਦੀ ਯਾਦ ਨੂੰ ਕਿਸ ਤਰ੍ਹਾਂ ਸ਼ਾਇਦ ਕੁਝ ਚੇਂਜਸ ਸਾਨੂੰ ਵੇਖਣ ਨੂੰ ਮਿਲਣਗੇ। ਜਸਬੀਰ ਕੌਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ। ਯੂ ਨੋ, ਅੰਗਰੇਜ਼ੀ ਦੀ ਇੱਕ ਕਹਾਵਤ ਹੈਗੀ that history is written by the winners, ਐਂਡ ਸ਼ਾਇਦ ਇੰਨੇ ਚਿਰ ਤੋਂ जो क्रिस्टोफर कोलंबस की हिस्ट्री रही है, जो एक कॉलोनाइजर की हिस्ट्री रही है, उस चीज़ का ज़्यादा ही तुसी कह लो इन्फ्लुएंस रहा है लोगों की याद दे विच। बट याद एक फनी जी चीज़ होंदी है, जिस तरह जसबीर कौर जी कह रहे सी। जेनोसाइड का एक लफ्ज़ है जो सानू सारिਆਂ ਨੂੰ पता है, मैमोरी साइड, कि तुसी किसी दी याद नूं ही मिटा दो कि ਉਹ कदी एग्जिस्ट भी करते सी। तुसी उन्हां दी अगली पीढ़ी दे विच अपनी आइडेंटिटी दी याद मिटा दो कि तुसी कौन हो, क्यों तुसी इन कल्चरल इन वैल्यूज़ दे नाल जुड़े हुए हो। सो जो नेटिव अमेरिकन इत्थे दे रहन वाले लोकी सीगे, उन्हां दे नाल कुछ इहो जिहा ही होया, ना कि उन्हां नूं मिटाउण दी कोशिश कीती गई। बट तुसी समझ सकदे हो कि क्रिस्टोफर कोलंबस दे ऑनर दे विच एक पूरा दिन रख के उन्हां दी याद नूं भी मिटाया जा रहा है। कि उन्हां दे नाल बीती, की अत्याचार, किस बेसबरी दे नाल क्रिस्टोफर कोलंबस ते जो उहदे बाद इत्थे पहुंचे कॉलोनाइजर्स, किस तरह उन्होंने जेनोसाइड भी नहीं, मैसेकर किया इन पॉपूलेशनस नूं, जिन्हां ने कोलंबस एंड उहदे साथियां नूं वैलकम किया, इत्थे रहन सहन दा तरीका दस्सिया कि किस तरह तुसी इस क्लाइमेट दे विच इस धरती नूं फर्टल करके इत्थे खेतीबाड़ी कर सकदे हो। उन्हां नूं ही मुड़ के कोलंबस ते बाकियां ने मारता। सो वंस अगैन इस प्रोग्राम दा यू नो जो साडी उम्मीद सी कि इस प्रोग्राम तो तुहानू इस दिन बारे थोड़ा जिहा होर परस्पैक्टिव मिलिया होना। बिकॉज वंस अगैन जो इत्थे बच्चे यू नो पलदे बढ़दे स्कूल इत्थे जांदे, उन्हां नू पता ही हुंदा है कि कोलंबस दी की स्टोरी है। बट आई डोंट थिंक इट्स कॉमन नॉलेज कि क्यों अज दी डेट दे विच इस स्टोरी नू यू नो नवे परस्पैक्टिव तो वेखिया जा रहा है। इस स्टोरी नू लोकी उदां नहीं
ਵੇਖ ਰਹੇ ਜਿੱਦਾਂ ਪਹਿਲੇ ਵੇਖਦੇ ਸੀ ਕੋਲੰਬਸ ਇੰਨਾ ਵਧੀਆ ਚੰਗਾ ਬੰਦਾ ਸੀਗਾ ਜਿਨੇ 500 ਸਾਲ ਪਹਿਲੇ ਅਮਰੀਕਾ ਨੂੰ ਡਿਸਕਵਰ ਕੀਤਾ ਗਲਤੀ ਨਾਲ ਉਹ ਜਾਣਾ ਇੰਡੀਆ ਸੀਗਾ ਪਹੁੰਚ ਗਿਆ ਅਮਰੀਕਾ ਬਟ ਦੇਖੋ ਜੀ ਕਿੰਨੀ ਉਹਦੇ ਕਰਕੇ ਉਹਦੀ ਕਿੰਨੀ ਵੱਡੀ ਦੇਣ ਹੈ ਇਸ ਮੁਲਕ ਦੀ ਸਫਲਤਾ ਦੇ ਵਿੱਚ ਐਂਡ ਸ਼ਾਇਦ ਉਹਦੇ ਵਿੱਚ ਸੱਚਾਈ ਵੀ ਹੋਏ ਬਟ ਇਹ ਤਾਂ ਪਰਸਪੈਕਟਿਵ ਦੀ ਗੱਲ ਹੈ ਇਟ ਡਿਪੈਂਡਸ ਹੂ ਯੂ ਆਸਕ ਰਾਈਟ ਅਗਰ ਤੁਸੀਂ ਇਨ ਇੰਡੀਜੀਨਸ ਲੋਕਾਂ ਨੂੰ ਪੁੱਛੋਗੇ ਨੇਟਿਵ ਅਮਰੀਕਨਸ ਨੂੰ ਪੁੱਛੋਗੇ ਕਿ ਕੋਲੰਬਸ ਦੀ ਕਿੰਨੀ ਵੱਡੀ ਦੇਣ ਸੀਗੀ ਯੂ ਕੈਨ ਇਮੈਜਿਨ ਕਿ ਉਹਨਾਂ ਦਾ ਕੀ ਜਵਾਬ ਹੋਏਗਾ ਕਿੰਨੀ ਵੱਡੀ ਦੇਣ ਸੀ ਸਾਨੂੰ ਖਤਮ ਕਰਨ ਦੇ ਵਿੱਚ ਸਾਡੀ ਯਾਦ ਨੂੰ ਮਾਰਨ ਦੇ ਵਿੱਚ ਸਾਡੇ ਅਗਲੀ ਪੀੜ੍ਹੀ ਨੂੰ ਕੰਪਲੀਟਲੀ ਤੁਸੀਂ ਕਹਿ ਲਓ ਤਬਾਹ ਕਰਨ ਦੇ ਵਿੱਚ ਬਿਕੋਜ਼ ਉਹਨਾਂ ਦੇ ਲਈ ਉਹ ਰਿਐਲਿਟੀ ਹੈਗੀ ਕ੍ਰਿਸਟੋਫਰ ਕੋਲੰਬਸ ਦੀ ਐਂਡ ਐਟ ਦੀ ਐਂਡ ਆਫ ਦ ਡੇ ਜਿੱਥੇ ਅਸੀਂ ਅੱਜ ਵਸਦੇ ਹਾਂ ਜਿੱਥੇ ਰਹਿ ਰਹੇ ਹਾਂ ਜੋ ਸਾਡੇ ਸ਼ਹਿਰਾਂ ਦਾ ਨਾਂ ਹੈਗਾ ਸਾਡੇ ਸਟੇਟਾਂ ਦਾ ਵੀ ਨਾਂ ਹੈ ਉਹਨਾਂ ਦੀ ਦੇਣ ਇਨ ਲੋਕਾਂ ਦੀ ਹੈਗੀ ਯੂ ਨੋ ਜਿਸ ਤਰ੍ਹਾਂ ਜਸਬੀਰ ਜੀ ਦੱਸ ਰਹੇ ਸੀ ਸਾਨੂੰ ਯੂ ਡੋਂਟ ਰਿਅਲਾਈਜ਼ ਕਿ ਇੰਨੀ ਜ਼ਿਆਦਾ ਏਰੀਆਜ਼ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਮੈਂ ਨਾਰਥ ਈਸਟ ਦੀ ਗੱਲ ਕਰ ਲੈਂਦੀ ਹਾਂ ਮੈਨਹੈਟਨ ਕਨੈਟਿਕਟ Poughkeepsie all these places ਇਹਨਾਂ ਦੇ ਨਾਮ ਨੇਟਿਵ ਅਮਰੀਕਨ ਨਾਂ ਹੈਗੇ ਯੂ ਨੋ ਐਂਡ ਉਹ ਇੱਥੇ ਪਹਿਲੇ ਸਾਡੇ ਤੋਂ ਵਸਦੇ ਸੀ ਸਾਰਿਆਂ ਤੋਂ ਪਹਿਲੇ ਉਹ ਇੱਥੇ ਵਸਦੇ ਸੀ ਸੋ ਜਦੋਂ ਅਸੀਂ ਇਸ ਦਿਨ ਨੂੰ ਮਨਾਉਂਦੇ ਹਾਂ ਸਾਨੂੰ ਉਹਨਾਂ ਦੀ ਦੇਣ ਦੇ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ ਕ੍ਰਿਸਟੋਫਰ ਕੋਲੰਬਸ ਬਾਰੇ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕੰਸਰਨ ਜਾਂ ਸਾਡੇ ਗੈਸਟ ਲਈ ਅਗਰ ਤੁਸੀਂ ਹੋਰ ਜਾਣਕਾਰੀ ਪਾਣਾ ਚਾਹੁੰਦੇ ਹੋ ਇਸ ਮੁੱਦੇ ਨੂੰ ਲੈ ਕੇ ਇਸ ਸਬਜੈਕਟ ਨੂੰ ਲੈ ਕੇ ਇੱਥੇ ਦੇ ਲੋਕਾਂ ਦੇ ਇਤਿਹਾਸ ਨੂੰ ਲੈ ਕੇ ਜ਼ਰੂਰ ਸਾਨੂੰ ਲਿਖ ਸਕਦੇ ਹੋ for justbroadcasting.com ashmita@justbroadcasting.com ਇਸੇ ਤਰ੍ਹਾਂ ਤੁਹਾਡੇ ਨਾਲ ਕੱਲ੍ਹ ਹਾਜ਼ਰ ਹੋਵਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ